जज्बातां दे आधार ते आपां मोर्चा कड्ढिया। ज्यों-ज्यों मोर्चा अगे वधदा गया त्यों-त्यों बहुत कुछ सिखदे गए। लोड़ साडे समाज नूं, साडी धरती नूं, साडे लोकां नूं, पंजाब नूं रैवोल्यूशन दी आ ना, इनकलाब दी आ। ਤਾਂ ਇਨਕਲਾਬ ਘਰਾਂ 'ਚ ਬੈਠ ਕੇ, ਜੁੱਲੀਆਂ 'ਚ ਬੈਠ ਕੇ ਨਹੀਂ ਆਉਂਦੇ ਹੁੰਦੇ। ਤੇ ਜਿਹੜੇ ਪੰਜਾਬ ਦੇ ਵਾਰਸਾਂ ਦਾ ਮੋਰਚਾ ਤੇ ਆਪਦੀ ਜ਼ਿੰਮੇਵਾਰੀ ਆ ਕੇ ਸੰਭੋ, ਸੈਂਸ ਆਫ ਰਿਸਪੌਂਸਿਬਿਲਿਟੀ ਆਪਦੇ ਅੰਦਰ ਰੱਖੋ। ਜਿਹੜੇ ਪੰਜਾਬ ਦਾ ਦਰਦ ਰੱਖਦੇ ਆ ਉਹਨਾਂ ਦਾ ਫਰਜ਼ ਕੀ ਬਣ ਜਾਂਦਾ ਵੀ ਪੰਜਾਬ ਕੋਲੇ ਆਪਦੀ ਸਿਆਸਤ ਹੋਵੇ। ਜੇ ਕਿਤੇ ਪੰਜਾਬ ਦੀ ਆਪਦੀ ਸਿਆਸਤ ਆਪਾਂ ਕੱਢ ਲਾਂਗੇ, ਉਹ ਪਹਿਲੀ ਪੰਜਾਬ ਦੀ ਪਾਰਟੀ ਹੋਊਗੀ ਜਿਹੜੀ ਪੰਜਾਬ ਦੀ ਧਰਤੀ ਤੋਂ ਚੱਲੂਗੀ। ਦਿੱਲੀ ਤੋਂ ਉਹਦਾ ਸੰਚਾਲਨ ਨਹੀਂ ਹੋਊਗਾ। ਤੇ ਪੰਜਾਬ ਆਪਦੀ ਪਾਰਟੀ ਲਈ, ਆਪਦੀ ਸਿਆਸਤ ਲਈ ਇੱਕ ਪਹਿਰੇਦਾਰੀ ਸਿਸਟਮ ਘੜ ਲੈਂਦਾ, ਸਾਡੀ ਬਹੁਤ ਵੱਡੀ ਪ੍ਰਾਪਤੀ ਹੋਊਗੀ। ਸਤਿ ਸ਼੍ਰੀ ਅਕਾਲ ਜੀ। ਮੈਂ ਆਸ ਕਰਦਾ ਤੁਸੀਂ ਤੰਦਰੁਸਤ ਠੀਕ ਠਾਕ ਹੋਵੋਗੇ। ਦੋ ਚਾਰ ਗੱਲਾਂ ਕਰਨੀਆਂ ਸੀ ਔਰ ਬੜੀਆਂ ਜ਼ਰੂਰੀ ਸੀ। ਗੱਲ ਸ਼ੁਰੂ ਇੱਥੋਂ ਕਰਦੇ ਹਾਂ। ਕਿਸਾਨੀ ਦਾ ਸੰਘਰਸ਼ ਚੱਲ ਰਿਹਾ, ਪੰਜਾਬ ਆਪਦੀ ਹੋਂਦ ਖਾਤਰ ਇੱਕ ਲੜਾਈ ਲੜ ਰਿਹਾ। ਜਦੋਂ ਅਸੀਂ ਹੋਂਦ ਦੀ ਲੜਾਈ ਦੀ ਗੱਲ ਕਰਦੇ ਹਾਂ ਜਾਂ ਕਿਸਾਨੀ ਦੇ ਸੰਘਰਸ਼ ਦੀ ਗੱਲ ਕਰਦੇ ਹਾਂ, ਕਿਉਂਕਿ ਸਾਡਾ ਸੱਭਿਆਚਾਰ ਸਾਡੀ ਧਰਤੀ ਨਾਲ, ਸਾਡੀ ਕਿਸਾਨੀ ਨਾਲ ਜੁੜਿਆ ਹੋਇਆ। ਸੋ ਅਸੀਂ ਇੱਕ ਲੜਾਈ ਵਿੱਢੀ। ਲੜਾਈ ਜਿਹੜੀ ਵਿੱਢੀ, ਉੱਥੇ ਆਪਾਂ ਮੋਰਚਾ ਗੱਡਤਾ, ਜਜ਼ਬਾਤਾਂ ਦੇ ਆਧਾਰ ਤੇ ਮੋਰਚਾ ਗੱਡਤਾ, ਜਿੱਥੇ ਕੋਈ ਆਪਣਾ ਪੋਲੀਟੀਕਲ ਏਜੰਡਾ ਨਹੀਂ ਸੀ। ਗੱਲ ਇਹ ਸੀ ਵੀ ਪੰਜਾਬ ਦੀ ਹੋਂਦ ਦੀ ਲੜਾਈ ਆ ਤੇ ਅਸੀਂ ਲੜਨੀ ਆ। ਜਜ਼ਬਾਤਾਂ ਦੇ ਆਧਾਰ ਤੇ ਆਪਾਂ ਮੋਰਚਾ ਗੱਡਿਆ। ਜਿਉਂ-ਜਿਉਂ ਮੋਰਚਾ ਅੱਗੇ ਵੱਧਦਾ ਗਿਆ ਤਿਉਂ-ਤਿਉਂ ਬਹੁਤ ਕੁਝ ਸਿੱਖਦੇ ਗਏ ਤੇ ਮਨਾਂ ਮੂੰਹੀ ਪਿਆਰ ਮਿਲਿਆ, ਹੱਲਾਸ਼ੇਰੀ ਮਿਲੀ, ਹੌਸਲਾ ਅਫਜ਼ਾਈ ਮਿਲੀ। ਜਿਹੜੇ ਆਪਣੇ ਪੰਜਾਬ ਦੀਆਂ ਬਹੁਤ ਸ਼ਖਸੀਅਤਾਂ, ਹਰ ਰੂਹਾਂ ਦਾ ਤੇ ਲੋਕਾਂ ਤੋਂ ਜਦੋਂ ਹੌਸਲਾ ਅਫਜ਼ਾਈ, ਹੱਲਾਸ਼ੇਰੀ ਮਿਲੀ ਤੇ ਇਹ ਸਮਝ ਆ ਗਿਆ ਵੀ ਪੰਜਾਬ ਬਾਗੀ ਆ। ਜੇ ਬਾਗੀ ਆ ਤਾਂ ਹੀ ਅਸੀਂ ਖੜੇ ਹੋ ਗਏ। ਹਮੇਸ਼ਾ ਸਾਡੇ ਅੰਦਰ ਇਹ ਬਾਗੀ ਪ੍ਰਵਿਰਤੀ ਰਹੂਗੀ, ਕਿਉਂਕਿ ਜਿੱਥੇ ਜਿੱਥੇ ਜ਼ਬਰ ਤੇ ਜ਼ੁਲਮ ਹੋਊਗਾ ਅਸੀਂ ਖੜੇ ਹੋ ਜਾਵਾਂਗੇ। ਪਰ ਅੱਜ ਗੱਲ ਕਿੱਥੇ ਆ ਕੇ ਖੜੀ ਆ? ਅੱਜ ਅਸੀਂ ਇੱਕ ਪੰਜਾਬ ਨੂੰ ਰੈਵੋਲਿਊਸ਼ਨ ਦੇਣਾ। ਰੈਵੋਲਿਊਸ਼ਨ ਸੱਭਿਆਚਾਰਕ ਕਹਿ ਲਓ, ਸਮਾਜਿਕ ਕਹਿ ਲਓ ਤੇ ਰਾਜਸੀ ਕਹਿ ਲਓ। ਤੇ ਜਦੋਂ ਲੋੜ ਸਾਡੇ ਸਮਾਜ ਨੂੰ, ਸਾਡੀ ਧਰਤੀ ਨੂੰ, ਸਾਡੇ ਲੋਕਾਂ ਨੂੰ, ਪੰਜਾਬ ਨੂੰ ਰੈਵੋਲਿਊਸ਼ਨ ਦੀ ਆ ਨਾ, ਇਨਕਲਾਬ ਦੀ ਆ, ਤਾਂ ਇਨਕਲਾਬ ਘਰਾਂ 'ਚ ਬੈਠ ਕੇ, ਜੁੱਲੀਆਂ 'ਚ ਬੈਠ ਕੇ ਨਹੀਂ ਆਉਂਦੇ ਹੁੰਦੇ। ਔਰ ਇਨਕਲਾਬ ਫੇਸਬੁੱਕ ਤੇ ਲਾਈਕ ਜਾਂ ਕਮੈਂਟ ਕਰਕੇ ਵੀ ਨਹੀਂ ਆਉਂਦੇ ਹੁੰਦੇ। ਇਨਕਲਾਬ ਲਈ ਤਾਂ ਫਿਰ ਧਰਤੀ ਤੇ ਗਰਾਊਂਡ ਵਰਕ ਜਿਹਨੂੰ ਕਹਿੰਦੇ ਆ, ਧਰਤੀ ਤੇ ਆਉਣਾ ਪੈਂਦਾ, ਧਰਤੀ ਤੇ ਆ ਕੇ ਲੜਨਾ ਪੈਂਦਾ। ਤੇ ਇਸੇ ਕਰਕੇ ਹੁਣ ਜੇ ਮੋਰਚਾ ਆਪਾਂ ਗੱਡਿਆ ਤੇ ਜਿਹੜੇ ਪੰਜਾਬ ਦੇ ਵਾਰਸਾਂ ਦਾ ਮੋਰਚਾ ਤੇ ਆਪਦੀ ਜ਼ਿੰਮੇਵਾਰੀ ਆ ਕੇ ਸੰਭੋ, ਸੈਂਸ ਆਫ ਰਿਸਪੌਂਸਿਬਿਲਿਟੀ ਆਪਦੇ ਅੰਦਰ ਰੱਖੋ ਵੀ ਉਸ ਮੋਰਚੇ ਤੋਂ ਆਪਾਂ ਆਪਦਾ ਪੰਜਾਬ ਦਾ ਜਿਹੜਾ ਰੈਵੋਲਿਊਸ਼ਨ ਆ ਉਹ ਖੜਾ ਕਰਨਾ। ਔਰ ਬੜੇ ਹੀ ਪੀਸਫੁਲ ਢੰਗ ਨਾਲ ਆਪਾਂ ਇਹ ਗੱਲ ਖੜੀ ਵੀ ਕਰ ਲੈਣੀ ਆ, ਕੋਈ ਔਖੀ ਗੱਲ ਨਹੀਂ। ਪਰ ਦੋ ਕੁ ਗੱਲਾਂ ਹੋਰ ਮੈਂ ਤੁਹਾਡੇ ਨਾਲ ਕਰਨੀਆਂ ਸੀ ਜਿਹੜੀਆਂ ਬੜੀਆਂ ਜ਼ਰੂਰੀ ਆ। ਗੱਲਾਂ ਇਹ ਆ ਵੀ ਬੜੇ ਬੰਦੇ ਇਹ ਕਹਿ ਰਹੇ ਆ ਵੀ ਦੀਪ ਸਿੱਧੂ ਆਪਦੀ ਕੋਈ ਸਿਆਸਤ ਸਿਰਜ ਰਿਹਾ। ਇਹ ਗੱਲ ਬਾਹਲੀ ਅਹਿਮੀਅਤ ਨਹੀਂ ਰੱਖਦੀ। ਕਿਉਂ ਨਹੀਂ ਰੱਖਦੀ? ਕਿਉਂਕਿ ਮੈਂ ਤਾਂ ਪਹਿਲਾਂ ਹੀ ਕਹਿਤਾ ਮੈਂ ਇਲੈਕਸ਼ਨ ਨਹੀਂ ਲੜਨੀ। ਪਰ ਇੱਕ ਗੱਲ ਸਾਨੂੰ ਸਮਝਣ ਦੀ ਜ਼ਰੂਰਤ ਆ, ਅੱਜ ਤੱਕ ਵੀ ਪਾਰਟੀਆਂ ਤਾਂ ਪਹਿਲਾਂ ਹੀ ਬਹੁਤ ਆ, ਪਰ ਪੰਜਾਬ ਕੋਲੇ ਆਪਦੀ ਅਜੇ ਤੱਕ ਇੱਕ ਵੀ ਪਾਰਟੀ ਨਹੀਂ ਹੈ ਔਰ ਕਦੇ ਅਸੀਂ ਬਣਾ ਹੀ ਨਹੀਂ ਸਕੇ। ਜਿਹੜੇ ਇਹ ਕਹਿ ਕੇ ਪੰਜਾਬ ਦੇ ਬਣਦੇ ਰਹੇ ਵੀ ਅਸੀਂ ਪੰਜਾਬ ਦੀ ਪਾਰਟੀਆਂ, ਖੇਤਰੀ ਪਾਰਟੀਆਂ, ਉਹ ਕਦੇ ਪੰਜਾਬ ਦੇ ਨਹੀਂ ਹੋਏ। ਫਿਰ ਪੰਜਾਬ ਦੇ ਲੋਕਾਂ ਦਾ ਤੇ ਸਾਡੇ ਵਰਗੇ ਉਹਨਾਂ ਬੰਦਿਆਂ ਦਾ ਜਿਹੜੇ ਪੰਜਾਬ ਦਾ ਦਰਦ ਰੱਖਦੇ ਆ, ਉਹਨਾਂ ਦਾ ਫਰਜ਼ ਕੀ ਬਣ ਜਾਂਦਾ ਵੀ ਪੰਜਾਬ ਕੋਲੇ ਆਪਦੀ ਸਿਆਸਤ ਹੋਵੇ। ਜੇ ਕਿਤੇ ਪੰਜਾਬ ਦੀ ਆਪਦੀ ਸਿਆਸਤ ਆਪਾਂ ਕੱਢ ਲਾਂਗੇ, ਉਹ ਪਹਿਲੀ ਪੰਜਾਬ ਦੀ ਪਾਰਟੀ ਹੋਊਗੀ ਜਿਹੜੀ ਪੰਜਾਬ ਦੀ ਧਰਤੀ ਤੋਂ ਚੱਲੂਗੀ। ਦਿੱਲੀ ਤੋਂ ਉਹਦਾ ਸੰਚਾਲਨ ਨਹੀਂ ਹੋਊਗਾ। ਸੋ ਇਹ ਕੋਈ ਗੱਲ ਮਾੜੀ ਨਹੀਂ ਆ ਜੇ ਪੰਜਾਬ ਨੂੰ ਪੰਜਾਬ ਦੀ ਸਿਆਸਤ ਮਿਲ ਜੇ। ਔਰ ਇਹਦੇ 'ਚ ਮੈਂ ਗੱਲ ਤੁਹਾਨੂੰ ਫੇਰ ਕਲੀਅਰ ਕਰਦਾ, ਮੈਂ ਇਲੈਕਸ਼ਨ ਲੜਨ ਵਾਲੇ ਪਾਸੇ ਤਾਂ ਤੁਰ ਹੀ ਨਹੀਂ ਰਿਹਾ। ਮੇਰੇ ਕੋਲੇ ਟੈਂਪਰਾਮੈਂਟ ਹੀ ਹੈ ਨਹੀਂ ਉਹ।
ਪਰ ਜੇ ਹੋਰ ਲੋਕ ਆਪਾਂ ਲੱਭ ਕੇ, ਚਾਹੇ ਉਹ ਧਰਨਿਆਂ 'ਚੋਂ, ਕਿਸਾਨਾਂ ਦੇ ਮੋਰਚਿਆਂ 'ਚੋਂ ਕਿਤੋਂ ਪੈਦਾ ਕਰ ਜੀਏ, ਤਾਂ ਉਹਦੇ 'ਚ ਮਾੜੀ ਗੱਲ ਕੀ ਆ? ਪੰਜਾਬ ਕੋਲੇ ਨਿਰੋਲ ਪੰਜਾਬ ਦੀ ਜੇ ਸਿਆਸਤ ਹੋਵੇ, ਜਿਹਦੀ ਜ਼ਰੂਰਤ ਆ ਸਾਨੂੰ, ਉਹਦੇ 'ਚ ਮਾੜੀ ਗੱਲ ਕੀ ਆ? ਔਰ ਅਗਲੀ ਗੱਲ, ਇਹ ਗੱਲ ਸਮਝਣ ਦੀ ਆਪਾਂ ਕੋਸ਼ਿਸ਼ ਕਰਦੇ ਹਾਂ, ਕਿਉਂ ਪੰਜਾਬ ਕੋਲੇ ਪੰਜਾਬ ਦੀ ਸਿਆਸਤ ਚਾਹੀਦੀ ਹੈ ਤੇ ਸਿਧਾਂਤ ਕੀ ਆ ਸਾਡਾ? ਸਾਡਾ ਸਿਧਾਂਤ ਮੀਰੀ ਪੀਰੀ ਦਾ ਸਿਧਾਂਤ ਆ। ਪੰਜਾਬ ਦੀ ਸਿਆਸਤ ਮੀਰੀ ਤੇ ਪੀਰੀ ਦੇ ਅਨੁਸਾਰ ਚੱਲਣੀ ਚਾਹੀਦੀ ਆ। ਹੁਣ ਪੀਰੀ ਤਾਂ ਧਰਮ ਆ। ਅਕਾਲ ਪੁਰਖ ਨੇ, ਅਕਾਲ ਪੁਰਖ ਦੀ ਰਜ਼ਾ 'ਚ ਰਹਿ ਕੇ ਜੋ ਕੁਛ ਉਹਨੇ ਵਰਤਾਰਾ ਦੁਨੀਆ 'ਚ ਸਾਜਿਆ, ਉਸੇ ਵਰਤਾਰੇ ਨੂੰ ਐਜ਼ ਇਟ ਇਜ਼ ਮੇਨਟੇਨ ਕਰਨਾ, ਉਹ ਅਕਾਲ ਪੁਰਖ ਨੇ ਇੱਕ ਧਰਮ ਸਾਨੂੰ ਦੇਤਾ। ਨਾਲ ਦੀ ਨਾਲ ਪੀਰੀ ਤੋਂ ਬਾਅਦ ਮੀਰੀ ਤੇ ਆਉਣੇ ਆ। ਮੀਰੀ ਕੀ ਆ? ਮੀਰੀ ਕਿਰਦਾਰ ਆ। ਮੀਰੀ ਉਸੇ ਅਕਾਲ ਪੁਰਖ ਦੀ ਸਿਆਸਤ ਆ। ਸੋ ਮੀਰੀ ਤੇ ਪੀਰੀ ਦੇ ਸਿਧਾਂਤ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਅਕਾਲ ਪੁਰਖ ਦੀ ਉਹ ਸਿਆਸਤ, ਜਿਹੜੇ ਬੰਦੇ ਧਰਮ ਕਰਨ ਉਹ ਵੀ ਅਕਾਲ ਪੁਰਖ ਦਾ ਧਰਮ, ਉਸ ਧਰਮ ਨੂੰ ਅੱਗੇ ਲੈ ਕੇ ਚੱਲਣ, ਤੇ ਸਿਆਸਤ ਕਰਨ ਉਹ ਵੀ ਅਕਾਲ ਪੁਰਖ ਦੀ ਸਿਆਸਤ ਕਰਨ। ਹੁਣ ਅਕਾਲ ਪੁਰਖ ਦੀ ਸਿਆਸਤ ਕਿਸੇ ਇੱਕ ਵਰਗ ਦੀ ਨਹੀਂ ਹੋ ਸਕਦੀ। ਹਰ ਵਰਗ, ਹਰ ਤਰ੍ਹਾਂ ਦੀ ਸੱਭਿਆਚਾਰਕ ਵਿਲੱਖਣਤਾ, ਹਰ ਤਰ੍ਹਾਂ ਦੀ ਕੌਮੀਅਤ ਨੂੰ ਪ੍ਰੋਟੈਕਟ ਕਰਨ ਦੀ ਜਿਹੜੀ ਸਿਆਸਤ ਆ, ਉਹਨੂੰ ਕਹਿੰਦੇ ਆ ਅਕਾਲ ਪੁਰਖ ਦੀ ਸਿਆਸਤ। ਹੁਣ ਪੰਜਾਬ ਕੋਲੇ ਜਿਹੜੀ ਸਿਆਸਤ ਹੁੰਦੀ ਸੀ, ਉਹ ਅਕਾਲ ਪੁਰਖ ਦੀ ਸਿਆਸਤ ਹੁੰਦੀ ਸੀ। ਤੇ ਅਸੀਂ, ਮੈਨੂੰ ਲੱਗਦਾ ਸਿੱਖ ਰਾਜ ਤੋਂ ਬਾਅਦ, ਜਿਹਨੂੰ ਸਰਕਾਰੇ ਖਾਲਸਾ ਕਿਹਾ ਗਿਆ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ, ਅਸੀਂ ਅਕਾਲ ਪੁਰਖ ਦੀ ਸਿਆਸਤ ਕਦੇ ਕਰ ਹੀ ਨਹੀਂ ਸਕੇ। ਕਿਉਂ ਨਹੀਂ ਕਰ ਸਕੇ? ਤੁਸੀਂ ਇਹ ਦੇਖੋ, ਉਦਾਹਰਨ ਦੇਖੋ। ਅਕਾਲੀ ਫੂਲਾ ਸਿੰਘ ਜਥੇਦਾਰ ਅਕਾਲ ਤਖਤ ਸਾਹਿਬ ਹੁੰਦੇ ਸੀ। ਮਹਾਰਾਜਾ ਰਣਜੀਤ ਸਿੰਘ ਤੋਂ ਗੁਨਾਹ ਹੋਇਆ, ਉਹਨਾਂ ਨੇ ਸਜ਼ਾ ਲਾਤੀ ਵੀ ਮਹਾਰਾਜਾ ਤੇਰੇ ਕੋੜੇ ਪੈਣਗੇ। ਹੁਣ ਉਸ ਵੇਲੇ ਜਿਹੜੇ ਲੋਕ ਸੀ, ਲੋਕ ਬਾਦਸ਼ਾਹ ਆਪਦਾ ਚਾਹੇ ਜਾਂ ਮਹਾਰਾਜਾ ਆਪਦਾ ਮਹਾਰਾਜਾ ਰਣਜੀਤ ਸਿੰਘ ਨੂੰ ਮੰਨਦੇ ਸੀ, ਪਰ ਅਧੀਨ ਕਿਹਦੇ ਸੀ? ਅਧੀਨ ਉਹ ਅਕਾਲ ਤਖਤ ਦੇ ਅਧੀਨ ਸੀ। ਉਹਨਾਂ ਨੇ ਕਦੇ ਬਾਦਸ਼ਾਹੀ ਦੇ ਅਧੀਨਗੀ ਨਹੀਂ ਮੰਨੀ ਸੀ, ਉਹ ਅਕਾਲ ਤਖਤ ਦੇ ਅਧੀਨ ਸੀ। ਇਸ ਕਰਕੇ ਅਕਾਲ ਤਖਤ ਸਾਹਿਬ ਦੀ ਜੋ ਪਾਵਰ ਸੀ, ਉਹ ਬਹੁਤ ਵੱਡੀ ਪਾਵਰ ਸੀ। ਅਦਰਵਾਈਜ਼ ਉਸ ਵੇਲੇ ਦਾ ਮਹਾਰਾਜਾ ਕਿਹਾ ਗਿਆ ਜਿਹਨੂੰ, ਔਰ ਉਸ ਮਹਾਰਾਜੇ ਨਾਲ ਬ੍ਰਿਟਿਸ਼ ਗਵਰਨਮੈਂਟ ਵੀ, ਫ੍ਰੈਂਚ ਗਵਰਨਮੈਂਟ ਵੀ ਸੰਧੀਆਂ ਕਰਦੀ ਫਿਰਦੀ ਆ। ਕਿੱਡੀ ਵੱਡੀ ਪਾਵਰ ਹੋਊਗੀ ਉਹ ਇਸ ਖਿੱਤੇ ਦੀ। ਤੇ ਉਹ ਮਹਾਰਾਜਾ ਆ ਕੇ ਅਕਾਲ ਤਖਤ ਸਾਹਮਣੇ ਪੇਸ਼ ਹੋ ਕੇ ਤੇ ਕੋੜੇ ਖਾ ਰਿਹਾ। ਸੋ ਸਿਆਸਤ ਅਕਾਲ ਪੁਰਖ ਦੀ, ਔਰ ਉਹ ਸਿਆਸਤ ਤੇ ਉਸ ਅਕਾਲ ਦੇ ਤਖਤ ਦਾ ਪਹਿਰਾ। ਔਰ ਲੋਕਾਂ 'ਚ ਇਹ ਗੱਲ ਬੜੀ ਕਲੀਅਰ ਸੀ ਵੀ ਸਾਡੀ, ਚਾਹੇ ਸਾਡਾ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਆ, ਪਰ ਸਾਡੀ ਜਿਹੜੀ ਅਸੀਂ ਅਧੀਨ ਆ, ਉਹ ਅਕਾਲ ਤਖਤ ਦੇ ਅਧੀਨ ਆ, ਤੇ ਉਹ ਬਾਦਸ਼ਾਹ ਵੀ ਅਕਾਲ ਤਖਤ ਦੇ ਅਧੀਨ ਆ। ਸੋ ਉਹ ਜਿਹੜਾ ਸਿਵਲ ਸੁਸਾਇਟੀ ਦਾ ਇੱਕ ਸਟਰਕਚਰ ਸੀ ਸਾਡੇ ਕੋਲੇ, ਮੀਰੀ ਪੀਰੀ ਦੇ ਸਿਧਾਂਤ 'ਚੋਂ ਨਿਕਲਿਆ ਹੋਇਆ, ਅਸੀਂ ਉਹ ਗਵਾ ਬੈਠੇ। ਜਦੋਂ ਅੱਜ ਪਹਿਰੇਦਾਰੀ ਸਿਸਟਮ ਦੀ ਗੱਲ ਕਰਦੇ ਹਾਂ, ਸਾਡੇ ਬੰਦੇ ਸਮਝਦੇ ਹੀ ਨਹੀਂ ਵੀ ਪਹਿਰੇਦਾਰੀ ਕਿਵੇਂ ਹੋਈ। ਆਹ ਹੁੰਦੀ ਆ ਪਹਿਰੇਦਾਰੀ। ਸਾਡੀਆਂ ਸੰਸਥਾਵਾਂ, ਸਾਡੀਆਂ ਟਕਸਾਲਾਂ, ਸਾਡੀਆਂ ਸੰਪਰਦਾਵਾਂ, ਇਹ ਪਹਿਰੇਦਾਰੀ ਸਿਸਟਮ ਸੀ। ਇਹਨਾਂ ਨੇ ਸਾਨੂੰ ਸਿੱਖਿਆ ਵੀ ਦੇਣੀ ਤੇ ਇਹਨਾਂ ਨੇ ਸਿਆਸਤ ਤੇ ਪਹਿਰੇਦਾਰੀ ਵੀ ਕਰਨੀ। ਔਰ ਸਿਆਸਤ ਕਿਹੜੀ ਹੋਣੀ ਚਾਹੀਦੀ ਸੀ? ਅਕਾਲ ਪੁਰਖ ਦੀ ਸਿਆਸਤ, ਜਿਹਦੇ 'ਚ ਅਸੀਂ ਇਹ ਨਹੀਂ ਕਹਿੰਦੇ ਵੀ ਹਿੰਦੂ ਭਰਾ ਜਿਹੜੇ ਸਾਡੇ ਉਹ ਸਿੱਖ ਬਣ ਜਾਣ ਜਾਂ ਮੁਸਲਮਾਨ ਸਿੱਖ ਬਣ ਜਾਣ। ਨਹੀਂ, ਜੇ ਹਿੰਦੂ ਆ ਤਾਂ ਪੱਕੇ ਹਿੰਦੂ ਬਣੋ, ਜੇ ਮੁਸਲਮਾਨ ਆ ਤਾਂ ਪੱਕੇ ਮੁਸਲਮਾਨ ਬਣੋ, ਜੇ ਸਿੱਖ ਆ ਤਾਂ ਪੱਕੇ ਸਿੱਖ ਬਣੋ। ਸੋ ਇਸ ਕਰਕੇ ਆਪਸ 'ਚ ਜਿਹੜਾ ਸਾਡਾ ਇੱਕ ਤਾਲਮੇਲ ਆ, ਭਾਈਚਾਰਕ ਸਾਂਝ ਆ, ਪਿਆਰ ਆ, ਰਿਸ਼ਤਾ, ਉਹ ਬਣਿਆ ਰਹੇ। ਅਕਾਲ ਪੁਰਖ ਦੀ ਸਿਆਸਤ ਦਾ ਜਿਹੜਾ ਇੱਕ ਸਿਧਾਂਤ ਆ, ਅਸੀਂ ਇਹਨੂੰ ਵਿਸਾਰ ਗਏ। ਅੱਜ ਅਸੀਂ ਜਿੱਥੇ ਖੜੇ ਆ, ਸਾਡੇ ਕੋਲੇ ਆਪਦੀ ਸਿਆਸਤ ਜਾਂ ਉਸ ਅਕਾਲ ਪੁਰਖ ਦੀ ਸਿਆਸਤ ਕਰਨ ਲਈ ਉਹ ਚਿਹਰੇ ਹੀ ਨਹੀਂ ਆ, ਉਹ ਸ਼ਖਸੀਅਤਾਂ ਨਹੀਂ ਆ, ਉਹ ਪਾਰਟੀ ਨਹੀਂ ਆ। ਪੰਜਾਬ ਜੇ ਆਪਦੀ ਕੋਈ ਪਾਰਟੀ ਘੜ ਲੈਂਦਾ ਤੇ ਪੰਜਾਬ ਆਪਦੀ ਪਾਰਟੀ ਲਈ, ਆਪਦੀ ਸਿਆਸਤ ਲਈ ਇੱਕ ਪਹਿਰੇਦਾਰੀ ਸਿਸਟਮ ਘੜ ਲੈਂਦਾ, ਸਾਡੀ ਬਹੁਤ ਵੱਡੀ ਪ੍ਰਾਪਤੀ ਹੋਊਗੀ। ਇਸ ਕਰਕੇ ਮੈਂ ਤੁਹਾਨੂੰ ਵਾਰ-ਵਾਰ ਇਹ ਕਹਿ ਰਿਹਾ ਵੀ ਇਨਕਲਾਬ ਆਪਾਂ ਲੈ ਕੇ ਆਉਣਾ, ਤੇ ਇਨਕਲਾਬ ਘਰਾਂ 'ਚ ਬੈਠਿਆਂ ਤੋਂ ਜਾਂ ਜੁੱਲੀਆਂ 'ਚ ਬੈਠਿਆਂ 'ਚੋਂ ਨਹੀਂ ਆਉਣਾ। ਸਾਨੂੰ ਕੰਮ ਬਥੇਰੇ ਆ, ਸਾਰੇ ਕੰਮ ਆ, ਪਰ ਸਭ ਤੋਂ ਵੱਡਾ ਕੰਮ ਪੰਜਾਬ ਨੂੰ ਬਚਾਉਣਾ। ਜੇ ਪੰਜਾਬ ਨਾ ਬਚਿਆ ਤਾਂ ਸਾਡੇ ਕੰਮ ਨਹੀਂ ਬਚਣੇ। ਸੋ ਇਸ ਕਰਕੇ ਮੇਰੀ ਤੁਹਾਨੂੰ ਬੇਨਤੀ ਆ ਵੀ ਆਓ ਮੋਰਚੇ 'ਚ। ਮੈਨੂੰ ਡੈਡੀਕੇਟਡ ਬੰਦੇ ਚਾਹੀਦੇ ਆ। ਹੁਣ ਜਿਹੜੇ ਬੰਦੇ ਕਹਿਣ ਬਾਈ ਡਿਊਟੀਆਂ ਲਾ ਤੇ ਬੈਠੇ ਆ, ਅਸੀਂ ਆਪਦੇ ਬਿਸਤਰੇ, ਆਪਦੀਆਂ
ਗਦੈਲੇ ਰਜਾਈਆਂ ਚਾਦਰਾਂ ਚੱਕ ਕੇ ਪਹੁੰਚੋ ਤੇ ਮੈਨੂੰ ਇੱਥੇ ਮੈਸੇਜ ਕਰੋ ਆਪਦੇ ਕੰਟੈਕਟ ਨੰਬਰ ਤੇ ਆਪਦੇ ਫੋਨ ਨੰਬਰ ਸਾਰੇ ਮੈਸੇਜ ਕਰੋ। ਮੈਂ ਤੁਹਾਡੇ ਨਾਲ ਫੋਨ ਤੇ ਗੱਲ ਕਰਦਾ ਤੇ ਆਪਾਂ ਦਿੰਨੇ ਆ ਡਿਊਟੀਆਂ। ਬਾਈ ਜੀ ਗੱਲ ਪੰਜਾਬ ਦੀ ਹੋਂਦ ਦੀ ਆ, ਲੜਾਈ ਪੰਜਾਬ ਦੀ ਹੋਂਦ ਦੀ ਆ। ਜੇ ਅਸੀਂ ਆਪਦੀ ਹੋਂਦ ਨਾ ਬਚਾ ਸਕੇ, ਇੱਕ ਗੱਲ ਹੋਰ, ਅਸੀਂ ਇਸ ਲੜਾਈ 'ਚ ਇਹ ਮਿਥ ਲਈਏ ਵੀ ਇਹ ਲੋਕਾਂ ਦਾ ਸਾਡਾ ਸੰਘਰਸ਼ ਆ ਕਿ ਸਾਡੇ ਆਗੂਆਂ ਦਾ ਸੰਘਰਸ਼ ਆ, ਕਿਉਂਕਿ ਅਸੀਂ ਹਜੇ ਤੱਕ ਹਰ ਸੰਘਰਸ਼ ਵਿੱਢ ਕੇ ਆਗੂਆਂ ਨੂੰ ਦਿੰਦੇ ਰਹੇ ਤੇ ਆਗੂ ਅੰਦਰ ਜਾ ਕੇ ਜਿਵੇਂ ਉਹ ਡਰ ਕੇ ਜਾਂ ਵਿਕ ਕੇ ਸੰਘਰਸ਼ ਸਾਡਾ ਸਰਕਾਰ ਨੂੰ ਦੇ ਆਉਂਦੇ ਆ, ਉਹਨਾਂ ਦੇ ਹੱਥਾਂ 'ਚ ਦੇ ਆਉਂਦੇ ਆ ਤੇ ਸਾਡੇ ਹੱਥ ਨਿਰਾਸ਼ਤਾ ਲੱਗਦੀ ਆ। ਪਰ ਇਸ ਸੰਘਰਸ਼ 'ਚ ਸਾਨੂੰ ਲੋਕਾਂ ਨੂੰ, ਸੰਗਤ ਨੂੰ ਆਪਦਾ ਟੀਚਾ ਪਤਾ ਹੋਣਾ ਚਾਹੀਦਾ। ਜਿਸ ਲੋਕਾਂ ਨੂੰ ਆਪਦਾ ਟੀਚਾ ਪਤਾ ਹੋਵੇ ਤਾਂ ਆਗੂ ਦੀ ਜ਼ਰੂਰਤ ਨਹੀਂ ਹੁੰਦੀ ਵੀ ਉਹ ਸੰਘਰਸ਼ ਵਿੱਚ ਜੇ। ਸੋ ਇਸ ਕਰਕੇ ਇਹ ਸਾਡਾ ਸੰਘਰਸ਼ ਆ, ਇਹ ਸੰਗਤ ਦਾ ਸੰਘਰਸ਼ ਆ। ਆਪਦੇ ਕੰਟੈਕਟ ਨੰਬਰ ਭੇਜੋ, ਆਪਦੇ ਕੰਟੈਕਟ ਨੰਬਰ www.warispunjab.org ਤੇ ਵੀ ਭੇਜੋ ਤੇ ਆਪਾਂ ਇਕੱਠੇ ਹੋਈਏ, ਪੰਜਾਬ ਨੂੰ ਇੱਕ ਪੰਜਾਬ ਕੇਂਦਰਿਤ ਖੇਤੀ ਦਾ ਮਾਡਲ ਦਈਏ, ਡੈਮੋਕ੍ਰੈਟਿਕ ਵੇ 'ਚ ਆਪਾਂ ਸੰਘਰਸ਼ ਲੜੀਏ ਔਰ ਜਿਹੜੀ ਪੰਜਾਬ ਦੇ ਫੈਸਲੇ ਲੈਣ ਦੇ ਹੱਕ ਆ ਉਹ ਪਾਵਰ ਪੰਜਾਬ ਕੋਲੇ ਲੈ ਕੇ ਆਈਏ। ਸੋ ਇਹਦੇ 'ਚ ਮੈਂ ਵਾਰ-ਵਾਰ ਉਹੀ ਗੱਲ ਦੁਹਰਾ ਰਿਹਾ ਵੀ ਆਪਦੇ ਕੰਟੈਕਟ ਨੰਬਰ ਭੇਜੋ। ਤੁਹਾਡੀ ਹੁਣ ਜ਼ਰੂਰਤ ਆ, ਪੰਜਾਬ ਦੇ ਜਿਹੜੇ ਵਾਰਸ ਆ ਉਹਨਾਂ ਦੀ ਜ਼ਰੂਰਤ ਆ। ਆਪਦੀ ਤੁਸੀਂ ਤਾਕਤ ਪਛਾਣੋ, ਆ ਜਾਓ ਮੋਰਚੇ 'ਚ ਬੈਠੀਏ, ਲਾਈਏ ਮੋਰਚੇ ਇਕੱਠੇ ਹੋ ਕੇ। ਸੋ ਇਸ ਕਰਕੇ ਹਰ ਵਰਗ ਨੂੰ ਮੇਰੀ ਇਹ ਬੇਨਤੀ ਆ, ਪੰਜਾਬ ਦੇ ਸਾਡੇ ਹਿੰਦੂਆਂ ਨੂੰ ਵੀ, ਸਾਡੇ ਦਲਿਤ ਭਰਾਵਾਂ ਨੂੰ ਵੀ, ਮੁਸਲਮਾਨਾਂ ਨੂੰ ਵੀ, ਸਿੱਖਾਂ ਨੂੰ ਵੀ, ਹਰ ਵਰਗ ਨੂੰ ਮੇਰੀ ਬੇਨਤੀ ਆ, ਸਾਡਾ ਸਾਂਝਾ ਸੰਘਰਸ਼ ਆ, ਸਾਡੀ ਧਰਤੀ ਦੀ, ਸਾਡੇ ਪੰਜਾਬ ਦੀ ਹੋਂਦ ਦੀ ਲੜਾਈ ਆ। ਸੋ ਮੇਰੀ ਐਡੀ ਕੁ ਬੇਨਤੀ ਤੁਸੀਂ ਸਵੀਕਾਰ ਕਰਿਓ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ। ਜਿਉਂਦੇ ਵਸਦੇ ਰਹੋ। ਸਤਿ ਸ਼੍ਰੀ ਅਕਾਲ ਜੀ।